ਸਰ ਸਾਨੂੰ ਸਰਕਾਰ ਵੱਲੋਂ ਪ੍ਰੋਕੋਸ਼ਨ ਮਿਲਿਆ ਕਿ ਤੁਸੀਂ ਆਪਣੀ ਜੋ ਵੀ ਮਿਠਾਈ ਤਿਆਰ ਕਰਦੇ ਹੋ ਹਰ ਮਿਠਾਈ ਦਾ ਬੈਸਟ ਬਿਫੋਰ ਡੇਟ ਲਾਓ। ਜਿੰਨੀ ਤੁਹਾਡੀ ਮਿਠਾਈ ਵੈਲਿਡ ਆ ਹਰ ਟਰੇ ਦੇ ਉੱਪਰ ਟੈਗ ਲਾ ਕੇ ਰੱਖੋ। ਪਲੱਸ ਤੁਸੀਂ ਡੱਬਾ ਪੈਕ ਕਰਕੇ ਦਿੰਦੇ ਜੇ ਕਸਟਮਰ ਨੂੰ, ਉਹਦੇ ਅੰਦਰ ਤੁਸੀਂ ਉਹਨੂੰ ਮੈਨੂਫੈਕਚਰਿੰਗ ਡੇਟ ਤੇ ਬਾਈ ਐਕਸਪਾਇਰੀ ਡੇਟ ਲਾਉਣਾ ਆ। ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਜਿਹੜੇ ਨਾਗਰਿਕ ਹਾਂ ਅਸੀਂ ਖੁਸ਼ ਹਾਂ ਕਿ ਸਾਡੀ ਸਿਹਤ ਬਾਰੇ ਸਰਕਾਰ ਨੇ ਸੋਚਿਆ। ਕੱਲ ਵਾਸਤੇ ਕੱਲ ਹੀ ਸਟਾਕ ਤਿਆਰ ਹੋਏਗਾ, ਡੇਲੀ ਬੇਸ ਤੇ ਮਾਲ ਬਣਨਾ ਆ, ਕਿਉਂਕਿ ਪਹਿਲਾਂ ਆਪਾਂ 20-30 ਕਿਲੋ ਐਕਸਟਰਾ ਵੀ ਬਣਾ ਲਈ ਦੀ, ਪਰ ਹੁਣ ਉਹ ਚੀਜ਼ ਖਤਮ ਹੋ ਗਈ ਆ। ਕਈ ਦੁਕਾਨਦਾਰ ਕੀ ਕਰਦੇ ਆ ਕਿ ਮਠਿਆਈ ਬਣਾ ਕੇ ਉਹ ਮਠਿਆਈ ਜਿਹੜੀ 5-7-10 ਦਿਨ ਚਲਾਉਂਦੇ ਆ, ਜਿਹੜੀ ਕਿ ਸਹੀ ਨਹੀਂ ਹੈ, ਸਾਡੀ ਸਿਹਤ ਲਈ ਠੀਕ ਨਹੀਂ ਹੈਗੀ। ਇਸ ਕਰਕੇ ਜਿਹੜਾ ਇਹ ਉਪਰਾਲਾ ਵਾ ਹੁਣ ਹਰ ਦੁਕਾਨਦਾਰ ਨੂੰ ਲਿਖ ਕੇ ਦੇਣਾ ਪਊਗਾ ਕਿ ਉਹਦੀ ਮੈਨੂਫੈਕਚਰ ਕਦੋਂ ਔਰ ਕਿੱਦਣ ਤੱਕ ਉਹਦੀ ਐਕਸਪਾਇਰੀ ਹੈ। ਤੇ ਅਗਰ ਇਦਾਂ ਦੀਆਂ ਚੀਜ਼ਾਂ ਹੋਣਗੀਆਂ ਤਾਂ ਸਾਡਾ ਵੀ ਹੌਸਲਾ ਵਧੇਗਾ ਕਿ ਅਸੀਂ ਮਿਠਾਈਆਂ ਜਿਹੜੀਆਂ ਲੈ ਕੇ ਜਾਈਏ ਘਰ ਵਾਸਤੇ। ਸਤਿ ਸ਼੍ਰੀ ਅਕਾਲ, ਪ੍ਰਾਈਮੋ ਦੇ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਜਗਜੀਤ ਸਿੰਘ। ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਸਰਕਾਰ ਵੱਲੋਂ ਇੱਕ ਜਿਹੜਾ ਵਾ ਤੰਦਰੁਸਤ ਪੰਜਾਬ ਜਿਹੜਾ ਮਿਸ਼ਨ ਸ਼ੁਰੂ ਕੀਤਾ ਗਿਆ ਵਾ 1 ਅਕਤੂਬਰ ਤੋਂ, ਉਸ ਦੇ ਚੱਲਦਿਆਂ ਹੀ ਆਪਾਂ ਗੱਲ ਕਰਾਂਗੇ ਸਵੀਟ ਸ਼ਾਪ ਵਾਲਿਆਂ ਦੀ। ਤੇ ਸਵੀਟ ਸ਼ਾਪ ਦੇ ਉੱਤੇ ਆਪਾਂ ਜਾਂਦੇ ਹਾਂ, ਤੁਹਾਨੂੰ ਦਿਖਾ ਰਹੇ ਨੇ ਸਾਡੇ ਕੈਮਰਾਮੈਨ ਕਿ ਉਹਨਾਂ ਨੇ ਹਰ ਆਪਣੀ ਜਿਹੜੀ ਮਠਿਆਈ ਤਿਆਰ ਕੀਤੀ ਗਈ ਆ ਉਹਦੇ ਉੱਤੇ ਉਹਨਾਂ ਨੇ ਆਪਣਾ ਟੈਗ ਲਾ ਦਿੱਤਾ ਗਿਆ ਕਿ ਉਹ 2 ਦਿਨ ਲਈ ਵੈਲਿਡ ਆ ਜਾਂ 3 ਦਿਨ ਲਈ ਵੈਲਿਡ ਆ। ਉਸ ਦੇ ਹਿਸਾਬ ਨਾਲ ਉਹਨਾਂ ਨੇ ਟੈਗ ਲਾ ਦਿੱਤੇ ਗਏ ਨੇ, ਤੁਹਾਨੂੰ ਦਿਖਾ ਰਹੇ ਨੇ ਸਾਡੇ ਕੈਮਰਾਮੈਨ। ਅਤੇ ਇੱਥੇ ਤੁਹਾਨੂੰ ਗੱਲ ਕਰੀਏ ਕਿ ਜਿਵੇਂ ਜਿਵੇਂ ਹੀ ਇਹ ਮਠਿਆਈਆਂ ਬਣਦੀਆਂ ਸੀ, ਤਕਰੀਬਨ ਹਰ ਵਾਰੇ ਇੱਦਾਂ ਹੁੰਦਾ ਸੀ ਕਿ ਲੋਕੀ ਜਿਹੜੀਆਂ ਮਠਿਆਈਆਂ ਨੇ ਉਹਦੇ ਵਿੱਚ ਜਾਲੀ ਖੋਇਆ ਯੂਜ਼ ਕੀਤਾ ਜਾਂਦਾ ਸੀ, ਅਤੇ ਜਿਹੜੀ ਪੁਰਾਣੀ ਮਠਿਆਈ ਲੋਕਾਂ ਨੂੰ ਸੇਲ ਕੀਤੀ ਜਾਂਦੀ ਸੀ। ਕਿਉਂਕਿ ਤਿਉਹਾਰਾਂ ਦਾ ਜਿਹੜਾ ਟਾਈਮ ਆ ਉਹ ਨੇੜੇ ਆ ਗਿਆ ਵਾ, ਬਿਲਕੁਲ ਤਿਉਹਾਰ ਲਾਗੇ ਆ ਗਏ ਨੇ। ਉਸ ਚੀਜ਼ ਨੂੰ ਵੇਖਦੇ ਹੋਏ ਸਰਕਾਰ ਨੇ ਜਿਹੜਾ ਇੱਕ ਬਹੁਤ ਵਧੀਆ ਅਹਿਮ ਫੈਸਲਾ ਲਿਆ, ਜਿਸ ਦੇ ਚੱਲਦਿਆਂ ਅਸੀਂ ਅੱਜ ਉਹ ਸਵੀਟ ਸ਼ਾਪ ਵਾਲਿਆਂ ਨਾਲ ਗੱਲ ਕਰਾਂਗੇ ਕਿ ਉਹਨਾਂ ਨੂੰ ਇਹ ਸਰਕਾਰ ਦਾ ਫੈਸਲਾ ਕਿੱਦਾਂ ਦਾ ਲੱਗਾ ਅਤੇ ਉਹ ਆਪਣੇ ਜਿਹੜਾ ਪ੍ਰੋਸੈਸ ਹੈ ਉਹ ਕਿੱਦਾਂ ਕਰ ਰਹੇ ਨੇ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ ਜੀ? ਜੀ ਮੇਰਾ ਸੁਰੇਸ਼ ਹੈ। ਵੀਰ ਜੀ, ਜੇ ਗੱਲ ਕਰੀਏ ਸਰਕਾਰ ਦੀ, ਤੇ ਸਰਕਾਰ ਵੱਲੋਂ ਜਿੱਦਾਂ ਹੀ ਇਹ ਤੁਹਾਡੀ ਸਿਹਤ, ਲੋਕਾਂ ਦੀ ਸਿਹਤ ਵੱਲ ਵੇਖਦੇ ਹੋਏ ਜਿਹੜਾ ਮਿਸ਼ਨ ਸ਼ੁਰੂ ਕੀਤਾ ਆ, ਉਹਦੇ ਚੱਲਦਿਆਂ ਤੁਹਾਨੂੰ ਇੱਕ ਜਿਹੜੀ ਆ ਮੈਨੂਫੈਕਚਰਿੰਗ ਦੇ ਦਿੱਤੀ ਗਈ ਆ ਵੀ ਤੁਸੀਂ ਜਿਹੜੀ ਆਪਣੀ ਮੈਨੂਫੈਕਚਰਿੰਗ ਟੈਗ ਲੱਗੇਗਾ ਉੱਤੇ ਮਠਿਆਈ ਦੇ ਉੱਤੇ, ਅਤੇ ਪਲੱਸ ਜਿਹੜੀ ਆ ਤੁਹਾਡੀ ਕਿੰਨੇ ਡੇਟ ਤੋਂ ਜਿਹੜੀ ਮਠਿਆਈ ਆ ਕਿੰਨੇ ਦਿਨ ਲਈ ਵੈਲਿਡ ਆ ਉਹਦਾ ਵੀ ਟੈਗ ਲਾਉਣਾ ਪਊਗਾ। ਉਹਦੇ ਵਾਸਤੇ ਤੁਹਾਨੂੰ ਕਿੱਦਾਂ ਦੇ ਪ੍ਰੀਕਾਸ਼ਨ ਮਿਲੇ ਸਰਕਾਰ ਵੱਲੋਂ, ਤੇ ਕੀ ਹਦਾਇਤਾਂ ਮਿਲੀਆਂ, ਕੀ ਕਹਿੰਦੇ ਹੋ? ਸਰ ਸਾਨੂੰ ਸਰਕਾਰ ਵੱਲੋਂ ਪ੍ਰੋਕੋਸ਼ਨ ਮਿਲਿਆ ਕਿ ਤੁਸੀਂ ਆਪਣੀ ਜੋ ਵੀ ਮਿਠਾਈ ਤਿਆਰ ਕਰਦੇ ਹੋ ਹਰ ਮਿਠਾਈ ਦਾ ਬੈਸਟ ਬਿਫੋਰ ਡੇਟ ਲਾਓ। ਜਿੰਨੀ ਤੁਹਾਡੀ ਮਿਠਾਈ ਵੈਲਿਡ ਆ ਹਰ ਟਰੇ ਦੇ ਉੱਪਰ ਟੈਗ ਲਾ ਕੇ ਰੱਖੋ। ਪਲੱਸ ਤੁਸੀਂ ਡੱਬਾ ਪੈਕ ਕਰਕੇ ਦਿੰਦੇ ਜੇ ਕਸਟਮਰ ਨੂੰ, ਉਹਦੇ ਅੰਦਰ ਤੁਸੀਂ ਉਹਨੂੰ ਮੈਨੂਫੈਕਚਰਿੰਗ ਡੇਟ ਤੇ ਬਾਈ ਐਕਸਪਾਇਰੀ ਡੇਟ ਲਾਉਣਾ ਆ। ਜਿਸ ਤਰ੍ਹਾਂ ਤੁਸੀਂ ਅੱਜ ਬਾਕਸ ਮੈਂ ਪੈਕ ਕਰਦਾ ਪਿਆ, ਸਾਰੇ ਮੇਰਾ ਬਾਕਸ ਵਾਲੀ ਪ੍ਰਿੰਟ ਹੋ ਕੇ ਨਹੀਂ ਆਇਆ, ਮੈਂ ਸਟicker ਬਣਵਾਏ ਆ, ਇਹ ਲਾ ਰਿਹਾ ਨਾਲ। ਮੈਂ ਸਰ ਤਰੀਕ ਵੀ ਲਾਉਂਦਾ ਪਿਆ, ਜਿਸ ਤਰ੍ਹਾਂ ਅੱਜ ਆਪਣੇ 8 ਤਰੀਕ ਆ, ਤੇ ਮੈਂ ਸਰ ਕਸਟਮਰ ਨੂੰ ਮੈਂ ਭਾਈ ਉਹਨਾਂ ਨੂੰ 8 ਤਰੀਕ ਲਾ ਕੇ ਦੇ ਰਿਹਾ। ਦੇਖੋ ਸਰ, 8 ਤਰੀਕ ਲਾ ਕੇ ਦੇ ਰਿਹਾ। ਨਾਲ ਹੀ ਮੈਂ ਸਰ ਮਿਲ ਕੇ ਕਿ ਆਪਣਾ ਸਰ 3 ਡੇਜ਼ ਬੈਸਟ ਫੋਰ ਵੈਲਿਡ ਆ। ਠੀਕ ਹੈ ਸਰ, 3 ਡੇਜ਼ ਮੈਂ ਪਲੱਸ 8 9 11 ਤਰੀਕ ਲਾਵਾਂਗਾ। ਠੀਕ ਹੈ, 11 ਤਰੀਕ ਮੇਰਾ ਇਹ ਮਾਲ ਵੈਲਿਡ ਰਹੇਗਾ। ਸਰ ਬਹੁਤ ਵਧੀਆ ਪ੍ਰਕੋਪ ਹੈ, ਸਰਕਾਰ ਨੇ ਬੈਸਟ ਪ੍ਰਕੋਪ ਕੱਢਿਆ। ਇਸ ਨਾਲ ਆਪਣਾ ਮਿਠਾਈ ਵੀ ਫਰੈਸ਼ ਰਹੇਗੀ। ਆਪਾਂ ਮਿਠਾਈ ਦੀ ਕੁਆਂਟੀਟੀ ਆ ਉਹ ਜਿੱਦਾਂ 50 ਕਿਲੋ ਦੇ ਲਗਭਗ ਆਪਾਂ ਬਣਾਤੀ ਰੋਜ਼ ਦੀ, ਜਿੱਦਾਂ ਕੱਲ ਵਾਸਤੇ ਕੱਲ ਹੀ ਸਟਾਕ ਤਿਆਰ ਹੋਏਗਾ, ਡੇਲੀ ਬੇਸ ਤੇ ਮਾਲ ਬਣਨਾ ਆ। ਕਿਉਂਕਿ ਪਹਿਲਾਂ ਆਪਾਂ 20-30 ਕਿਲੋ ਐਕਸਟਰਾ ਵੀ ਬਣਾ ਲਈ ਦੀ, ਪਰ ਹੁਣ ਉਹ ਚੀਜ਼ ਖਤਮ ਹੋ ਗਈ ਆ। ਮਾਲ ਨਾਲ ਬਣੇਗਾ, ਨਾਲ ਹੀ ਬੈਸਟ ਫੋਰ ਟੇਕ ਲੱਗੇਗਾ, ਤੇ ਨਾਲ ਹੀ ਕਸਟਮਰ ਨੂੰ ਆਪਾਂ ਬਾਈ ਡੇਟ ਲਾ ਕੇ ਬਾਈ ਐਕਸਪਾਇਰੀ ਡੇਟ ਲਾ ਕੇ ਦੇਵਾਂਗੇ ਬਾਕਸ। ਜਿਹੜਾ ਕੋਈ ਸਟਾਕ ਬਚ ਜਾਏਗਾ ਨਾ, ਜਿਹੜਾ ਸੇਲ ਨਹੀਂ ਹੋਏਗਾ, ਉਹਦਾ ਫਿਰ ਕੀ ਕਰੋਗੇ? ਜਿਹੜਾ ਇਹਦੇ ਵਿੱਚ ਜਿਹੜਾ 3 ਡੇਜ਼ ਤੋਂ ਪਲੱਸ ਹੋ ਜਾਏਗਾ, ਉਹਦਾ ਕੀ ਕਰੋਗੇ? ਸਰ ਉਹ ਥੋੜ੍ਹਾ ਜਿਹਾ ਆਪਾਂ ਹਿਸਾਬ ਨਾਲ ਮਾਲ ਤਿਆਰ ਕਰਨਾ ਪੈ ਰਿਹਾ। ਕਸਟਮਰ ਕੋਈ ਗੱਲ ਨਹੀਂ ਘੱਟ ਖਾਲੀ ਚੱਲ ਜਾਣ, ਪਰ ਮਾਲ ਆਪਾਂ ਇੱਕਦਮ ਘਟਾਤਾ ਆ, ਉਹਦੇ ਉਪਰੰਤ ਵੀ ਥੋੜ੍ਹਾ ਬਹੁਤ ਬਚੇਗਾ। ਫਿਰ ਉਹ ਸਰ ਨੈਕਸਟ ਕਰਨਾ ਪੈਣਾ ਮਾੜਾ ਮੋਟਾ, ਉਹ ਨੁਕਸਾਨ ਹੈ ਦੁਕਾਨਦਾਰ ਨੂੰ। ਉਹਦੇ ਵਾਸਤੇ ਰੇਟ ਦੇ ਵੀ ਪਲੱਸ 30 ਰੁਪਏ 20 ਵੀ ਆਪਾਂ ਪਲੱਸ ਕੀਤਾ ਆ, ਕਿਉਂਕਿ ਉਹਨੂੰ ਆਪਾਂ ਨੁਕਸਾਨ ਨੂੰ ਭਰਪਾਈ ਕਰਨ ਵਾਸਤੇ। ਜੋ ਪਹਿਲਾਂ ਆਪਣਾ ਰੇਟ ਸੀ, ਜੈਸੇ ਮਿਲ ਕੇ ਆਪਾਂ ਪਹਿਲਾਂ 300 ਰੁਪਏ ਦੀ, ਹੁਣ 320 ਕਰਤਾ ਆ। 20 30 ਰੁਪਏ ਰੇਟ ਵੀ ਵਧਿਆ ਆ, ਉਸੇ ਨੁਕਸਾਨ ਨੂੰ ਆਪਾਂ ਪੂਰਾ ਕਰਾਂਗੇ ਲੈਵਲ ਤੇ ਲਿਆਉਣ ਵਾਸਤੇ। ਇੱਥੇ ਸਾਡੇ ਨਾਲ ਕੋਈ ਕਸਟਮਰ ਵੀ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ। ਹਾਂਜੀ ਵੀਰ ਜੀ, ਅੱਜ ਤੁਸੀਂ ਇੱਥੇ ਸਵੀਟਸ ਲੈਣ ਆਏ ਹੋ, ਕਿੱਦਾਂ ਦਾ ਤੁਹਾਨੂੰ ਇਹ ਸਰਕਾਰ ਦਾ ਲੱਗਾ ਜਿਹੜਾ ਕਿ ਅੱਜ ਸਟicker ਲਾ ਦਿੱਤੇ ਗਏ ਨੇ? ਪਹਿਲਾਂ ਤੋਂ ਮਠਿਆਈਆਂ ਉੱਦਾਂ ਹੀ ਮਿਲਦੀਆਂ ਸੀ, ਕਿੱਦਾਂ ਦਾ ਲੱਗਾ ਤੁਹਾਨੂੰ ਸਿਸਟਮ ਜਿਹੜਾ ਸਰਕਾਰ ਤੁਹਾਡੀ ਸਿਹਤ ਵੱਲ ਵੇਖ ਰਹੀ? ਸਰ ਸਭ ਤੋਂ ਪਹਿਲਾਂ ਤੇ ਸਰਕਾਰ ਨੇ ਜਿਹੜਾ ਮਿਸ਼ਨ ਚਲਾਇਆ ਤੰਦਰੁਸਤ ਪੰਜਾਬ, ਇਹਦੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਮਿਸ਼ਨ ਹੈ। ਸਰਕਾਰ ਨੇ ਸਾਡੀ ਸਿਹਤ ਬਾਰੇ ਸੋਚਿਆ। ਮੈਂ ਅਕਸਰ ਹੀ ਇੱਥੇ ਮਠਿਆਈ ਲੈਣ ਆਉਂਦਾ, ਮੋਹਨ ਬੀਕਾਨੇਰ ਸਵੀਟਸ 'ਤੇ। ਇਹਨਾਂ ਦੀ ਮਠਿਆਈ ਵੈਸੇ ਵੀ ਵਧੀਆ ਹੁੰਦੀ ਹੈ, ਪਰ ਜਿਹੜੀ ਸਰਕਾਰ ਨੇ ਇੱਕ ਕੰਜ਼ੰਪਸ਼ਨ ਵੈਲੀਡਿਟੀ ਕਰਤੀ ਹੈ ਕਿ ਤੁਸੀਂ ਜਿਹੜੀ ਚੀਜ਼ ਬਣਾ ਰਹੇ ਹੋ ਉਹਦੀ ਨਾਲ ਦੱਸੋ ਕਿ ਕਦੋਂ ਤੱਕ ਉਹਦੀ ਕੰਜ਼ੰਪਸ਼ਨ ਹੋਣੀ ਚਾਹੀਦੀ ਹੈ, ਬੈਸਟ ਬਿਫੋਰ ਕਦੋਂ।
ਇਹ ਬਹੁਤ ਵਧੀਆ ਗੱਲ ਹੈ। ਕਈ ਦੁਕਾਨਦਾਰ ਕੀ ਕਰਦੇ ਆ ਕਿ ਮਠਿਆਈ ਬਣਾ ਕੇ ਉਹ ਮਠਿਆਈ ਜਿਹੜੀ 5-7-10 ਦਿਨ ਚਲਾਉਂਦੇ ਆ, ਜਿਹੜੀ ਕਿ ਸਹੀ ਨਹੀਂ ਆ, ਸਾਡੀ ਸਿਹਤ ਲਈ ਠੀਕ ਨਹੀਂ ਹੈਗੀ। ਇਸ ਕਰਕੇ ਜਿਹੜਾ ਇਹ ਉਪਰਾਲਾ ਵਾ ਹੁਣ ਹਰ ਦੁਕਾਨਦਾਰ ਨੂੰ ਲਿਖ ਕੇ ਦੇਣਾ ਪਊਗਾ ਕਿ ਉਹਦੀ ਮੈਨੂਫੈਕਚਰ ਕਦੋਂ ਆ ਔਰ ਕਿੱਦਣ ਤੱਕ ਉਹਦੀ ਐਕਸਪਾਇਰੀ ਆ। ਇਸ ਗੱਲ ਦੇ ਨਾਲ ਇੱਕ ਤੇ ਦੁਕਾਨਦਾਰ ਵੀ ਸਤਰਕ ਰਹਿਣਗੇ, ਅਲਰਟ ਰਹਿਣਗੇ ਪੂਰਾ, ਔਰ ਦੂਸਰਾ ਇਹਨਾਂ ਨੂੰ ਇੱਕ ਮਤਲਬ ਹੋਏਗਾ ਕਿ ਜੇ ਮਹਿਕਮਾ ਉੱਪਰ ਆਉਂਦਾ ਫੂਡ ਸੇਫਟੀ ਐਕਟ, ਉਹ ਵੀ ਇਹਨਾਂ ਉੱਤੇ ਕਾਰਵਾਈ ਕਰ ਸਕਦਾ। ਔਰ ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਜਿਹੜੇ ਨਾਗਰਿਕ ਹਾਂ ਅਸੀਂ ਖੁਸ਼ ਹਾਂ ਕਿ ਸਾਡੀ ਸਿਹਤ ਬਾਰੇ ਸਰਕਾਰ ਨੇ ਸੋਚਿਆ। ਥੈਂਕ ਯੂ, ਧੰਨਵਾਦ। ਸਾਡੇ ਨਾਲ ਇੱਥੇ ਹੋਰ ਵੀ ਕਸਟਮਰ ਹੈਗੇ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਭਾਜੀ, ਇਹ ਅੱਜ ਜਿਹੜਾ ਸਰਕਾਰ ਵੱਲੋਂ ਜਿਹੜਾ ਕਰ ਦਿੱਤਾ ਗਿਆ ਵਾ ਔਰ ਦੁਕਾਨਦਾਰ ਜਿਹੜੇ ਆ ਇੱਕ ਵੈਲਿਡਿਟੀ ਪਾ ਕੇ ਦੇ ਰਹੇ ਨੇ ਵੀ ਕਦੋਂ ਦੀ ਉਹਦੀ ਐਕਸਪਾਇਰੀ ਆ, ਕਿੱਦਾਂ ਦਾ ਲੱਗਾ ਤੁਹਾਨੂੰ ਫੈਸਲਾ ਤੇ ਇਹ ਕਿੰਨਾ ਕੁ ਬੈਨੀਫਿਟ ਹੋਊਗਾ ਸਾਡੀ ਸਿਹਤ ਵਾਸਤੇ? ਹਾਂਜੀ, ਨਹੀਂ ਇਹ ਬਹੁਤ ਹੀ ਮਤਲਬ ਸ਼ਲਾਘਾਯੋਗ ਕਦਮ ਹੈ ਜੀ ਸਰਕਾਰ ਵੱਲੋਂ। ਜਿਹੜਾ ਐਕਸਪਾਇਰੀ ਦਾ ਇਹਨਾਂ ਨੇ ਲਿਖਿਆ, ਮੈਂਸ਼ਨ ਕੀਤਾ, ਕਿਉਂਕਿ ਕਈ ਮਠਾਈਆਂ ਹੁਣ ਸਾਨੂੰ ਇਹ ਵੀ ਪਤਾ ਲੱਗ ਰਿਹਾ ਕਿ ਕੁਝ ਮਠਾਈਆਂ ਜਿਹੜੀਆਂ 3 ਡੇਜ਼ ਬਿਫੋਰ ਬੈਸਟ ਹੈਗੀਆਂ ਨੇ, ਕਈ 2 ਦਿਨ ਦੀ ਇਹਨਾਂ ਦੀ ਵੈਲਿਡਿਟੀ ਹੈਗੀ ਆ। ਇਹਦੇ ਨਾਲ ਕੀ ਹੈ ਕਿ ਇੱਕ ਜਿਹੜਾ ਗਾਹਕ ਦਾ, ਕਿਉਂਕਿ ਹੁਣ ਮੈਂ ਜੇ ਪਰਸਨਲੀ ਆਪਣਾ ਐਕਸਪੀਰੀਅੰਸ ਦੱਸਾਂ ਤੇ ਮੇਰਾ ਹੁਣ ਮਠਾਈਆਂ ਤੋਂ ਕਾਫੀ ਹੱਦ ਤੱਕ ਵਿਸ਼ਵਾਸ ਉੱਠ ਚੁੱਕਿਆ ਹੈ ਕਿ ਜੇ ਘਰ ਵੀ ਖਾਣੀ ਹੈ ਤੇ ਮੈਨੂੰ ਹੁੰਦਾ ਕਿ ਕੋਈ ਪੈਕਡ ਕੋਈ ਚਾਕਲੇਟ ਜਾਂ ਕੁਝ ਮਿੱਠੇ ਵਿੱਚ ਕੋਈ ਹੋਰ ਪੈਕ ਚੀਜ਼ ਲੈ ਕੇ ਜਾਈਏ। ਮਿਠਾਈ ਦੇ ਵਿੱਚ ਕਿਉਂਕਿ ਜਿੰਨੀ ਅੱਜ ਦੀ ਡੇਟ 'ਚ ਮਿਲਾਵਟ ਮਿਠਾਈਆਂ 'ਚ ਸੁਣੀ ਦੀ ਆਪਾਂ, ਹੁਣ ਜਿਵੇਂ ਇਹ ਬੜਾ ਅੱਛਾ ਸਟੈਪ ਹੈ ਸਰਕਾਰ ਦਾ ਕਿ ਜਿਹੜਾ ਆਹ ਚੀਜ਼ਾਂ ਆ ਰਹੀਆਂ ਨੇ, ਇਹਦੇ ਨਾਲ ਹੌਲੀ ਹੌਲੀ ਜਿਹੜੇ ਦੁਕਾਨਦਾਰ ਨੇ ਮਿਠਾਈ ਬਣਾਉਂਦੇ ਨੇ ਜਿਹੜੇ, ਇਹਨਾਂ ਨੂੰ ਵੀ ਥੋੜ੍ਹਾ ਜਿਹਾ ਹੋਏਗਾ ਕਿ ਗਾਹਕ ਜਿਹੜਾ ਉਹ ਵੀ ਜਾਗਰੂਕ ਹੋ ਰਿਹਾ ਵਾ, ਸਰਕਾਰ ਵੀ ਜਾਗਰੂਕ ਹੋ ਰਹੀ ਹੈ, ਇਸ ਬੰਨੇ ਜਿਹੜਾ ਧਿਆਨ ਦੇ ਰਹੀ ਹੈ। ਬਹੁਤ ਵਧੀਆ ਚੀਜ਼ ਹੈ ਜੀ ਇਹ ਤੁਹਾਡੀ ਸਿਹਤ ਵਾਸਤੇ ਕਿੰਨੀ ਕੁ ਬੈਨੀਫਿਟ ਲਾਹੇਵੰਦ ਹੋਊਗੀ ਜਿਹੜਾ ਇਹ ਸਰਕਾਰ ਦਾ ਫੈਸਲਾ? ਦੇਖੋ ਉਹ ਤਾਂ ਹੈ ਹੀ ਆ ਜੀ, ਸਿਹਤ ਵਾਸਤੇ ਤਾਂ ਬੈਨੀਫੀਸ਼ੀਅਲ ਹੋਏਗੀ ਕਿਉਂਕਿ ਮਿਠਾਈ ਜਿਹੜੀ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਲਾਈਕ ਕਰਦੇ ਨੇ। ਔਰ ਸਾਡੇ ਇੰਡੀਆ ਦਾ ਜਿਹੜਾ ਟ੍ਰੈਡੀਸ਼ਨ ਹੈ ਇੱਕ, ਉਹਦੇ ਵਿੱਚ ਇਹ ਹੈ ਕਿ ਹਰ ਜਿਹੜਾ ਖੁਸ਼ੀ ਦਾ ਮੌਕਾ ਵਾ ਉਹਦੇ ਵਿੱਚ ਮਿਠਾਈ ਜਿਹੜੀ ਆ ਉਹਨੂੰ ਇੱਕ ਜ਼ਰੂਰੀ ਇੱਕ ਪਾਰਟ ਸਮਝਦੇ ਆਪਾਂ, ਹੈ ਨਾ, ਸੈਲੀਬ੍ਰੇਸ਼ਨ ਦਾ ਇੱਕ ਜ਼ਰੂਰੀ ਪਾਰਟ ਸਮਝਦੇ ਹਾਂ। ਅਤੇ ਅਗਰ ਇੱਦਾਂ ਦੀਆਂ ਚੀਜ਼ਾਂ ਹੋਣਗੀਆਂ ਤਾਂ ਸਾਡਾ ਵੀ ਹੌਸਲਾ ਵਧੇਗਾ ਕਿ ਅਸੀਂ ਮਿਠਾਈਆਂ ਜਿਹੜੀਆਂ ਲੈ ਕੇ ਜਾਈਏ ਘਰ ਵਾਸਤੇ ਜੀ। ਤੁਹਾਨੂੰ ਅਸੀਂ ਕਸਟਮਰਾਂ ਨਾਲ ਗੱਲ ਕਰਾਏ ਸੀ, ਹੋਰ ਵੀ ਦੁਕਾਨਦਾਰਾਂ ਨਾਲ ਤੁਹਾਡੀ ਗੱਲ ਕਰਾਉਂਦੇ ਆ। ਚੱਲਦੇ ਆ ਅਸੀਂ ਅੱਜ ਤੁਹਾਨੂੰ ਅਸੀਂ ਹੋਰ ਵੀ ਦੁਕਾਨਦਾਰਾਂ ਨਾਲ ਗੱਲ ਕਰਾਵਾਂਗੇ, ਜਿਵੇਂ ਕਿ ਤੁਹਾਨੂੰ ਪਹਿਲਾਂ ਅਸੀਂ ਗੱਲ ਕਰਾ ਰਹੇ ਸੀ। ਹਾਂਜੀ ਭਾਜੀ, ਇੱਥੇ ਤੁਹਾਡੇ ਕੋਲ ਆਏ ਆ ਅਸੀਂ, ਤੁਸੀਂ ਜਿਹੜਾ ਸਰਕਾਰ ਵੱਲੋਂ ਦਿੱਤੇ ਗਏ ਪ੍ਰੀਕਾਸ਼ਨ ਨਵੇਂ ਆ, ਤੰਦਰੁਸਤ ਮਿਸ਼ਨ ਪੰਜਾਬ ਤੁਹਾਡਾ ਜਿਹੜਾ ਸਰਕਾਰ ਨੇ ਬਣਾਇਆ ਹੈ, ਕਿਉਂਕਿ ਤਿਉਹਾਰਾਂ ਨੂੰ ਵੇਖਦੇ ਆ, ਕਿੱਦਾਂ ਦਾ ਸਰਕਾਰ ਦਾ ਫੈਸਲਾ ਲੱਗਾ ਔਰ ਤੁਸੀਂ ਕਿਸ ਤਰੀਕੇ ਨਾਲ ਸਰਵ ਕਰ ਰਹੇ ਹੋ ਇੱਥੇ? ਜਿਹੜੀ ਜੋ ਸਰਕਾਰ ਨੇ ਮਤਲਬ ਤੰਦਰੁਸਤ ਪੰਜਾਬ ਦਾ ਫੈਸਲਾ ਲਿਆ ਵਾ, ਜਾਂ ਉਹਨਾਂ ਨੇ ਕਿਹਾ ਵੀ ਤਿਉਹਾਰਾਂ ਦੇ ਸਿਰ 'ਤੇ ਤਿਉਹਾਰ ਜਿਹੜੇ ਲਾਗੇ ਆ ਰਿਹਾ, ਦੀਵਾਲੀ ਆ ਰਹੀ ਆ ਅਤੇ ਆਪਣਾ ਟਿੱਕਾ ਆ ਰਿਹਾ ਹੈ, ਦੁਸ਼ਹਿਰਾ ਆ ਰਿਹਾ, ਉਹਦੇ ਵਿੱਚ ਸਰਕਾਰ ਨੇ ਤੰਦਰੁਸਤ ਪੰਜਾਬ ਦਾ ਉਪਰਾਲਾ ਕੀਤਾ, ਉਹ ਬਹੁਤ ਵਧੀਆ। ਪਰ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਆਵੇਗੀ ਜ਼ਰੂਰ, ਲੇਕਿਨ ਹੌਲੀ ਹੌਲੀ ਜਿਹੜਾ ਵਾ ਇਹ ਠੀਕ ਹੋ ਜਾਵੇਗਾ। ਮਤਲਬ ਜੇ ਲੋਕਾਂ ਜਿੱਦਾਂ ਆਪਾਂ ਲੋਕਾਂ ਨੂੰ ਢਾਲ ਲਾਂਗੇ ਜਾਂ ਪਬਲਿਕ ਨੂੰ ਗਾਹਕਾਂ ਨੂੰ ਢਾਲ ਲਾਂਗੇ, ਉੱਦਾਂ ਗਾਹਕ ਸਾਡਾ ਸ਼ੁਰੂ ਹੋ ਜਾਏਗਾ। ਜੇ ਗੱਲ ਕਰੀਏ ਇੱਥੇ ਬਾਬਾ ਜੀ ਕਸਟਮਰ ਦੀ, ਤੁਸੀਂ ਕਿੱਦਾਂ ਉਹਨਾਂ ਨੂੰ ਸਟੈਂਪ ਜਿਹੜੀ ਆ ਵੈਲਿਡਿਟੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਗਾਈਡ ਕਰ ਰਹੇ ਹੋ ਕਸਟਮਰ ਨੂੰ, ਅਤੇ ਕਿਸ ਤਰੀਕੇ ਨਾਲ ਤੁਸੀਂ ਸਰਵ ਕਰ ਰਹੇ ਹੋ ਕਸਟਮਰ ਦੇ ਨਾਲ? ਜਿਹੜੇ ਮੇਰੇ ਕਾਊਂਟਰ ਦੇ ਵਿੱਚ ਜਿੰਨੀ ਵੀ ਮਠਿਆਈ ਲੱਗੀ ਉਹਦੇ ਵਿੱਚ ਮੈਂ ਲਿਖਿਆ ਹੋਇਆ ਜੀ, ਬੈਸਟ ਬਿਫੋਰ ਬਸਟ ਮਠਿਆਈ ਜਿਹੜੀ ਲਿਖੀ ਹੈ, ਇਹ 1 ਡੇ ਹੈ, 2 ਡੇ ਹੈ, 3 ਡੇ ਹੈ। ਜਿਸ ਤਰ੍ਹਾਂ ਮੰਨ ਲਓ ਆ ਮੇਰੇ ਡੱਬਾ ਲੱਗਾ ਹੈ, ਇਹ ਵਿੱਚ ਗੁਲਾਬ ਜਾਮੁਨ ਪਾਏ, ਉਹਨੂੰ 1 ਡੇ ਦੀ ਅਸੀਂ ਦਿੱਤੀ ਹੈ ਜੀ। 6 ਮੰਨ ਲਓ 7 ਤਰੀਕ ਦੀ ਅਸੀਂ ਮਠਿਆਈ ਦੇ ਰਹੇ ਹਾਂ ਗਾਹਕ ਨੂੰ, ਅਤੇ ਅਸੀਂ 8 ਤਰੀਕ ਤੱਕ ਉਹਨਾਂ ਦੀ ਵੈਲਿਡਿਟੀ ਦੇਵਾਂਗੇ 24 ਆਵਰ 24 ਘੰਟਿਆਂ ਦੀ। ਜੇ ਉਸ ਤੋਂ ਥੋੜ੍ਹਾ ਜਿਹਾ ਕੋਈ ਸਪੋਜ਼ ਕਰ ਲਓ ਵੇਸਨ ਹੈ, ਉਹ 2 ਦਿਨ ਦੀ ਹੈ ਜਾਂ 3 ਦਿਨ ਦੀ ਹੈ ਜੀ। ਬਸ ਸਾਡੀ ਇਹ ਕੋਸ਼ਿਸ਼ ਹੈ ਵੀ ਗਾਹਕ ਨੂੰ ਜਿੰਨਾ ਵੀ ਸਮਾਨ ਦਿੱਤਾ ਜਾਵੇ ਫਰੈਸ਼ ਦਿੱਤਾ ਜਾਵੇ, ਨਾ ਕਿ ਉਹਨੂੰ ਕੋਈ ਪੁਰਾਣਾ ਦਿੱਤਾ ਜਾਵੇ ਜੀ। ਜੇ ਗੱਲ ਕਰੀਏ ਇਸੇ ਬਾਬਾ ਜੀ, ਤੁਸੀਂ ਜਿਹੜੀ ਸਵੀਟਸ ਵੇਚ ਰਹੇ ਹੋ ਉਹਦੇ ਸਟਾਕਿੰਗ ਦਾ ਇਹਦਾ ਕਿੱਦਾਂ ਹੈਗਾ? ਕਿਉਂਕਿ ਜਿੱਦਾਂ ਮੰਨ ਲਓ ਹੁਣ ਤੁਸੀਂ ਮਠਿਆਈ ਤਿਆਰ ਕਰ ਰਹੇ ਹੋ, ਜਿਹੜੀ ਮਠਿਆਈ ਇਹਦੇ ਵਿੱਚ ਪੈਂਡਿੰਗ ਬਚ ਜਾਏਗੀ, ਉਹਦਾ ਫਿਰ ਕੀ ਕਰੋਗੇ ਤੁਸੀਂ? ਸਰ ਦੇਖੋ ਆਪਣਾ ਸਰ ਇੱਦਾਂ ਵਾ ਵੀ ਸਾਡੀ ਜਿਹੜੀ ਮਠਿਆਈ ਪਹਿਲਾਂ ਸੀ ਨਾ, ਪਹਿਲਾਂ ਅਸੀਂ ਆਪਣੇ ਮਤਲਬ ਹਿਸਾਬ ਨਾਲ ਬਣਾਉਂਦੇ ਸੀ 80 ਜਾਂ 90 ਕਿਲੋ ਜੀ, ਉਹਦੇ ਵਿੱਚ 60 ਜਾਂ 70 ਕਿਲੋ ਲੱਗ ਗਈ, ਬਾਕੀ ਵੱਧ ਗਈ ਮਤਲਬ ਅਗਲੇ ਦਿਨ। ਬਟ ਹੁਣ ਕੀ ਅਸੀਂ ਮਠਿਆਈ ਬਣਾ ਹੀ ਉਨੀ ਰਹੇ ਹਾਂ ਜਿਹੜੀ ਕਿ ਸ਼ਾਮਾਂ ਨੂੰ ਸਾਡੀ ਉਹ ਵਿਕ ਜਾਵੇ। ਐਟਲੀਸਟ ਮੰਨ ਲਓ ਜੇ ਅਸੀਂ ਗੁਲਾਬ ਜਾਮੁਨ ਬਣਾ ਰਹੇ ਹਾਂ, 40-50 ਕਿਲੋ ਗੁਲਾਬ ਜਾਮੁਨ ਬਣਾਉਂਦੇ ਪਏ, ਉਹਦੇ ਵਿੱਚ ਮਤਲਬ 40 ਕਿਲੋ ਵੇਚ ਜਾਂ 45 ਕਿਲੋ ਵੇਚ ਕੇ ਸ਼ਾਮ ਤੱਕ ਵੇਚ ਜਾਂਦੇ ਆ। ਮਤਲਬ ਜੇ ਮੰਨ ਲਓ ਅਸੀਂ 5 ਕਿਲੋ ਦੇ ਬਣਾਉਂਦੇ, 30 ਕਿਲੋ ਗੁਲਾਬ ਜਾਮੁਨ ਬਣ ਗਏ ਸਾਡੇ, ਉਹ ਵਿਕ ਜਾਣੇ। ਜੇ ਰਸਗੁੱਲੇ ਆ ਉਹ ਵੀ ਇੰਨੇ ਕੁ ਬਣਾ ਲਏ ਜਿਹੜੇ ਵਿਕ ਜਾਣ ਜੀ। ਮਤਲਬ ਇਹ ਨਹੀਂ ਆ ਵੀ ਅਸੀਂ ਉਹਨੂੰ ਅਗਲੇ ਦਿਨ ਜਾ ਕੇ ਦੁਬਾਰਾ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰੀਏ, ਇਹ ਨਹੀਂ ਹੈ। ਮਤਲਬ ਸਾਡੀ ਕੋਸ਼ਿਸ਼ ਹੈ ਵੀ ਜੋ ਸਵੇਰੇ ਬਣਾਇਆ ਸ਼ਾਮ ਨੂੰ ਸਾਡੀ ਸੇਲ ਹੋ ਜਾਵੇ ਜੀ। ਜੇ ਗੱਲ ਕਰੀਏ ਆਪਾਂ ਪੇਸਟਰੀਆਂ ਵਗੈਰਾ ਦੀ, ਕੇਕ ਦੀ, ਤੇ ਉਹ ਫਿਰ ਕਿਸ ਤਰੀਕੇ ਨਾਲ ਬਣਾ ਰਹੇ ਹੋ? ਕੁਛ ਉਹ ਜਿਹੜਾ ਤੁਸੀਂ ਡੇਲੀ ਦੇ ਲਈ ਆਰਡਰ ਤੇ ਬਣਾ ਰਹੇ ਹੋ ਕਿ ਜਾਨੀ ਕਿ ਡੇਲੀ ਬਣਾ ਕੇ ਰੱਖ ਲੈਂਦੇ ਹੋ ਫਿਰ ਸੈਲ ਕਰਦੇ ਹੋ? ਦੇਖੋ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ, ਮੰਨ ਲਓ ਜੇ ਪੇਸਟਰੀ ਹੈ ਤੇ ਉਹ ਇੱਕ ਦਿਨ ਦੀ ਰੱਖਦੇ ਹਾਂ ਜੀ ਅਸੀਂ। ਇੱਕ ਦਿਨ ਤੋਂ ਬਾਅਦ ਗਾਹਕ ਨੂੰ ਕਹਿ ਦਿੰਦੇ ਵੀ ਇਹ ਜਿਹੜੀ ਆ ਤੁਹਾਡੇ ਵਰਤੋਂ 'ਚ ਨਹੀਂ ਆਏਗੀ। ਜਿਹੜਾ ਕੇਕ ਹੈ ਉਹ ਕੇਕ ਹੀ ਅਸੀਂ ਸਾਨੂੰ ਕੋਈ ਆਰਡਰ ਮਿਲਦਾ ਪਿਆ ਤੇ ਅਸੀਂ ਕੇਕ ਤਿਆਰ ਕਰਕੇ ਉਸੇ ਟਾਈਮ ਹੀ ਅਸੀਂ
ਦੇ ਦਿੰਦੇ ਆ ਜੀ। ਤੇ ਜੇ ਜਿਹੜੀ ਸਟੈਂਪਡ ਦੀ ਗੱਲ ਕਰੀਏ ਤੁਸੀਂ ਸਟੈਂਪ ਕਿੱਦਾਂ ਕਰ ਰਹੇ ਹੋ ਇਸ ਤਰੀਕੇ ਨੂੰ ਡੱਬੇ ਨੂੰ ਜਿਹੜੇ? ਜਿਹੜੀ ਆ ਵੇਖੋ ਇੱਕ ਸਟੈਂਪ ਹੈਗੀ ਆ ਮਤਲਬ 8 ਤਰੀਕ ਦੀ ਆ, ਦੂਜੀ ਜਿਹੜੀ ਸਟੈਂਪ ਹੈ ਉਹ 9 ਤਰੀਕ ਦੀ। ਜਿਸ ਤਰ੍ਹਾਂ ਮੰਨ ਲਓ ਅਸੀਂ ਗੁਲਾਬ ਜਾਮੁਨ ਦੇ ਰਹੇ ਹਾਂ 8 ਤਰੀਕ ਅਸੀਂ ਮੈਨੂਫੈਕਚਰ ਡੇਟ ਦੇ ਦਿੱਤੀ ਆ, ਔਰ ਜਿਹੜੀ ਆਪਣਾ ਐਕਸਪਾਇਰ ਡੇਟ ਹੈ ਉਹ 9 ਤਰੀਕ ਦੀ ਆ। ਜਿਸ ਤਰ੍ਹਾਂ ਗਰਮੀ ਹਲੇ ਇੱਕੋ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਜਿਹੜੇ ਮਠਿਆ ਬਣਾ ਜਿਸ ਤਰ੍ਹਾਂ ਲੱਡੂ ਹੋਏ ਆ, ਗੁਲਾਬ ਜਾਮੁਨ ਹੋਇਆ, ਇਹ ਜਿਹੜੇ ਇੱਕ ਦਿਨ ਹੀ ਮਤਲਬ 24 ਆਵਰ ਨਿਕਲਦੇ ਆ ਜੀ। ਇਸ ਤੋਂ ਬਾਅਦ ਮੁੜ ਕੇ ਡੱਬਾ ਬੰਦ ਖਰਾਬ ਹੋ ਜਾਂਦੇ। ਔਰ ਇਸ ਇੱਕ ਵਾਰੀ ਗਾਹਕ ਨੂੰ ਇੱਕ ਡੱਬੇ ਤੇ ਵਿੱਚ ਲਿਖਿਆ ਵੀ ਆ ਕਿ ਮਿਹਰਬਾਨੀ ਕਰਕੇ ਡੱਬਾ ਜਿਹੜਾ ਵਾ ਬੰਦ ਨਾ ਰੱਖੋ ਜੀ। ਇਹਦੇ ਨਾਲ ਕੀ ਹੈ ਡੱਬਾ ਖਰਾਬ ਨਹੀਂ ਹੋਏਗਾ। ਅਗਰ ਮੰਨ ਲਓ ਇੱਕ ਦਿਨ ਵਾਸਤੇ ਖੜਦਾ ਜਾਂ ਉਹਨੂੰ ਫ੍ਰਿਜ 'ਚ ਲਾ ਲਏ ਬਹੁਤ ਵਧੀਆ, ਅਗਲੇ ਫ੍ਰਿਜ 'ਚ ਨਹੀਂ ਲਾਉਂਦਾ ਤੇ ਅਗਲੇ ਦਿਨ ਤੱਕ ਉਹ ਮਤਲਬ ਡੱਬਾ ਜਿਹੜਾ ਠੀਕ ਰਹੇਗਾ, ਤੇ ਨਾਲੇ ਬਹੁਤ ਲੰਮਾ ਟਾਈਮ ਨਹੀਂ ਚੱਲੇ। ਇਸ ਕਰਕੇ ਅਸੀਂ ਲਿਖ ਕੇ ਲਾਇਆ ਜੀ ਵੀ ਡੱਬਾ ਜਿਹੜਾ ਬੰਦ ਨਾ ਰੱਖੋ। ਜੇ ਬਾਈ ਗੱਲ ਕਰੀਏ ਆਪਾਂ ਲੋਸ ਦੀ, ਤੇ ਇਹ ਮਠਿਆਈ ਦੇ ਵਿੱਚ ਕਿੰਨਾ ਕੁ ਤੁਹਾਨੂੰ ਇਸ ਚੀਜ਼ ਨਾਲ ਘਾਟਾ ਤੇ ਲੋਸ ਹੋ ਸਕਦਾ ਵਾ? ਕਿਉਂਕਿ ਕਰੋਨਾ ਦੀ ਮਾਰ ਰਹੀਏ ਤੇ ਆਪਾਂ ਪਿਛੇ ਕਾਫੀ ਦੇਰ ਤੋਂ 5 ਮਹੀਨਿਆਂ ਤੋਂ ਕਰੋਨਾ ਚੱਲਦੇ ਆ, ਕਸਟਮਰ ਦੀ ਵੀ ਘੱਟ ਵਾਕਿੰਗ ਰਹੀ ਆ। ਜੇ ਹੁਣ ਆਪਾਂ ਅੱਜ ਦੀ ਗੱਲ ਕਰੀਏ ਤੇ ਕਿੰਨਾ ਕੁ ਤੁਹਾਨੂੰ ਇਸ ਚੀਜ਼ ਨਾਲ ਨੁਕਸਾਨ ਹੋ ਸਕਦਾ ਹੈ ਜਿਹੜੀ ਇਹ ਪਾਲਿਸੀ ਚੱਲੀ ਹੈ ਜੀ? ਦੇਖੋ ਇਹਦੇ ਪਾਲਿਸੀ ਦਾ ਨੁਕਸਾਨ ਤਾਂ ਥੋੜ੍ਹਾ ਬਹੁਤਾ ਹੁੰਦਾ ਹੀ ਆ, ਬਟ ਫਿਰ ਵੀ ਅਸੀਂ ਜਿਸ ਤਰ੍ਹਾਂ ਗਾਹਕ ਨੂੰ ਢਾਲ ਲਵਾਂਗੇ, ਗਾਹਕ ਸਾਡਾ ਢਲ ਜਾਏਗਾ ਜੀ। ਉਹਨਾਂ ਨੂੰ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪਏਗਾ ਵੀ ਆਪਾਂ ਮਤਲਬ ਗਾਹਕ ਨੂੰ ਜਿਹੜਾ ਵਾ ਤੰਦਰੁਸਤ ਪੰਜਾਬ ਦੇ ਵਿੱਚ ਹੀ ਸੌਦਾ ਦੇਣਾ। ਮਤਲਬ ਜਿਹੜਾ ਉਪਰਾਲਾ ਕੀਤਾ ਵਾ ਅਸੀਂ ਉਹ ਚੀਜ਼ ਨੂੰ ਅਸੀਂ ਮੱਦੇ ਨਜ਼ਰ ਰੱਖ ਕੇ ਹੀ ਗਾਹਕ ਨੂੰ ਦੇਣਾ ਸਮਾਨ ਜੀ। ਔਰ ਅਸੀਂ ਗਾਹਕ ਨੂੰ ਕਵਾਂਗੇ ਵੀ ਇਹ ਜਿਹੜਾ ਸਮਾਨ ਹੈ ਇਹ ਅੱਜ ਦੀ ਤਰੀਕ ਦਾ ਜਾਂ ਕੱਲ੍ਹ ਦੀ ਤਰੀਕ ਤੱਕ ਹੀ ਚੱਲੇਗਾ। ਤੇ ਇਹਦੇ ਵਿੱਚ ਕੀ ਹੈ ਵੀ ਗਾਹਕ ਵੀ ਖੁਸ਼ ਜਾਏਗਾ ਤੇ ਸਾਡੀ ਵੀ ਮਨ ਨੂੰ ਸੰਤੁਸ਼ਟੀ ਹੋਏਗੀ ਵੀ ਆਪਾਂ ਗਾਹਕ ਨੂੰ ਗਲਤ ਚੀਜ਼ ਨਹੀਂ ਦਿੱਤੀ। ਕੀ ਕਹਿਣਾ ਚਾਹੋਗੇ ਤੁਸੀਂ ਗਾਹਕਾਂ ਨੂੰ ਅਤੇ ਸਰਕਾਰ ਕੋਲ ਕੀ ਮੰਗ ਕਰਨਾ ਚਾਹੁੰਦੇ ਇਸ ਵਿਸ਼ੇ? ਮੈਂ ਜੀ ਗਾਹਕਾਂ ਨੂੰ ਇਹ ਕਹਾਂਗਾ ਵੀ ਮਿਹਰਬਾਨੀ ਕਰਕੇ ਜੋ ਵੀ ਆ ਪਹਿਲਾਂ ਮਠਿਆਈ ਚੋਂ ਹੀ ਲੈਂਦੇ ਹੋ, ਪਹਿਲਾਂ ਡੇਟ ਉਹਦੀ ਦੇਖੋ, ਡੇਟ ਵੇਖ ਕੇ ਜਿਹੜੀ ਐਕਸਪਾਇਰ ਡੇਟ ਉਹ ਚੈੱਕ ਕਰੋ, ਤਾਂ ਫਿਰ ਜਾ ਕੇ ਮਠਿਆਈ ਜਿਹੜੀ ਲਵੋ ਕਿਸੇ ਵੀ, ਚਾਹੇ ਉਹ ਮੇਰੇ ਕੋਲ ਲਵੋ ਚਾਹੇ ਕਿਤੋਂ ਵੀ ਤੁਸੀਂ ਲਵੋ। ਤੇ ਬਾਕੀ ਜਿਹੜੀ ਸਰਕਾਰ ਦਾ ਉਪਰਾਲਾ ਉਹ ਬੜਾ ਵਧੀਆ ਹੈ ਜੀ। ਉਹ ਹੌਲੀ ਹੌਲੀ ਲੋਕਾਂ ਨੂੰ ਮਤਲਬ ਸਮਝ ਆ ਜਾਏਗੀ ਦੁਕਾਨਦਾਰਾਂ ਨੂੰ ਜੀ। ਤੁਸੀਂ ਵੇਖ ਰਹੇ ਹੋ ਕਿ ਤੰਦਰੁਸਤ ਪੰਜਾਬ ਜਿਹੜਾ ਮਿਸ਼ਨ ਸਰਕਾਰ ਵੱਲੋਂ ਚਲਾਇਆ ਗਿਆ, ਉਹਦੇ ਨਾਲ ਜਿਹੜੇ ਦੁਕਾਨਦਾਰ ਨੇ ਖੁਸ਼ ਨੇ ਅਤੇ ਉਹਨਾਂ ਨੇ ਉਹ ਜਿਹੜੇ ਸਰਕਾਰ ਵੱਲੋਂ ਦਿੱਤੇ ਗਏ ਪ੍ਰੀਕਾਸ਼ਨ ਨੂੰ ਫੋਲੋ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰ ਆਪਣੇ ਮਠਿਆਈ ਦੇ ਉੱਪਰ ਜਿਹੜੇ ਉਹ ਸਟicker ਲਾ ਦਿੱਤੇ ਗਏ ਨੇ, 2 ਦਿਨ ਲਈ ਵੈਲਿਡ ਆ ਜਾਂ 1 ਦਿਨ ਲਈ ਵੈਲਿਡ ਆ ਜਾਂ 3 ਦਿਨ ਲਈ ਵੈਲਿਡ ਆ। ਅਤੇ ਨਾਲ ਹੀ ਜਿਹੜੇ ਲੋਕਾਂ ਨੂੰ ਸਪਲਾਈ ਸਰਵ ਕੀਤੀ ਜਾ ਰਹੀ ਹੈ, ਲੋਕਾਂ ਨੂੰ ਡੱਬੇ ਦਿੱਤੇ ਜਾ ਰਹੇ ਨੇ, ਉਹਦੇ ਉੱਤੇ ਸਟੈਂਪ ਕਰਕੇ 1 ਦਿਨ ਦੀ ਵੈਲਿਡਿਟੀ ਜਾਂ 2 ਡੇ ਦੀ ਵੈਲਿਡਿਟੀ ਜਿਹੜੀ ਆ ਉਹ ਲਾ ਕੇ ਸਟੈਂਪ ਦਿੱਤੀ ਚਾਹੀਦੀ ਆ। ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਸਰਕਾਰ ਦੇ ਇਹੋ ਜਿਹੇ ਫੈਸਲਿਆਂ ਵਿੱਚ ਜਿਹੜੀ ਆ ਉਹ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਸਾਡੀ ਸਿਹਤ ਜਿਹੜੀ ਆ ਬਹੁਤ ਅਹਿਮ ਆ। ਔਰ ਇਹ ਸਿਹਤ ਦੇ ਨਾਲ ਚੱਲਦਿਆਂ ਹੀ ਸਰਕਾਰ ਇਹੋ ਜਿਹੇ ਫੈਸਲੇ ਲੈਂਦੀ ਆ ਅਤੇ ਆਪਣੀ ਸਿਹਤ ਨੂੰ ਬਿਹਤਰ ਰੱਖਣ ਲਈ ਹੀ ਇਹ ਜਿਹੜੀਆਂ ਪਾਲਿਸੀਆਂ ਨੇ ਸਰਕਾਰ ਕਰਦੀ ਆ। ਤੁਸੀਂ ਜੁੜੇ ਰਹੋ ਇੱਦਾਂ ਹੀ ਇਹ ਪ੍ਰਾਈਮ ਮੁੱਦੇ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਅਜੇ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।